ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਤੁਹਾਡੀ 6ਵੀਂ ਜਮਾਤ ਦੀ ਪਾਠ ਪੁਸਤਕ ਗਿਆਨ ਸਰੋਵਰ ਦਾ ਪਾਠ ਨੰਬਰ 3 ਅੱਖਰ ਜਾਂ ਵਰਨ ਬੋਧ ਪੜਾਂਗੇ। ਸਭ ਤੋਂ ਪਹਿਲਾਂ ਹੈ ਅੱਖਰ ਦੀ ਪਰਿਭਾਸ਼ਾ, ਮੀਨਸ ਅੱਖਰ ਦੀ ਡੈਫੀਨੇਸ਼ਨ। ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਚਿੰਨ੍ਹਾਂ ਨੂੰ ਅੱਖਰ ਜਾਂ ਵਰਨ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ 35 ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਹੇਠ ਲਿਖੇ ਪ੍ਰਕਾਰ ਹੈ। ਊੜਾ, ਆੜਾ, ਈੜੀ, ਸੱਸਾ, ਹਾਹਾ। ਕੱਕਾ, ਖੱਖਾ, ਗੱਗਾ, ਘੱਗਾ, ञ, ਚੱਚਾ, ਛੱਛਾ, ਜੱਜਾ, ਝੱਜਾ, ञ, ਟੈਂਕਾ, ਠੱਠਾ, ਡੱਡਾ, ਢੱਡਾ, ਣਾਣਾ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਯਈਆ, ਰਾਰਾ, ਲੱਲਾ, ਵਾਵਾ, ੜਾੜਾ। ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜੋ ਕਿ ਬਹੁਤ ਸਾਰੀਆਂ ਭਾਸ਼ਾਵਾਂ ਦੇ ਮੇਲ ਨਾਲ ਬਣੀ ਹੈ। ਇਸ ਵਿੱਚ ਉਰਦੂ, ਫਾਰਸੀ, ਅੰਗਰੇਜ਼ੀ ਅਤੇ ਸੰਸਕ੍ਰਿਤ ਦੇ ਬਹੁਤ ਸਾਰੇ ਸ਼ਬਦ ਰਲ ਚੁੱਕੇ ਹਨ। ਇਨ੍ਹਾਂ ਸ਼ਬਦਾਂ ਨੂੰ ਸਹੀ ਰੂਪ ਵਿੱਚ ਬੋਲਣ ਲਈ ਜਾਂ ਲਿਖਣ ਲਈ 6 ਅੱਖਰਾਂ ਦੇ ਪੈਰਾਂ ਹੇਠ ਬਿੰਦੀ ਲਗਾਉਣੀ ਪੈਂਦੀ ਹੈ। ਇਹ ਅੱਖਰ ਇਸ ਪ੍ਰਕਾਰ ਹਨ: ਸੱਸਾ ਪੈਰ ਬਿੰਦੀ ਸ਼, ਸ਼ਰਬਤ। ਖੱਖਾ ਪੈਰ ਬਿੰਦੀ ਖ, ਖਰਬੂਜਾ। ਗੱਗਾ ਪੈਰ ਬਿੰਦੀ ਗ, ਗੁਬਾਰਾ। ਜੱਜਾ ਪੈਰ ਬਿੰਦੀ ਜ਼, ਜ਼ੈਬਰਾ। ਫੱਫਾ ਪੈਰ ਬਿੰਦੀ ਫ, ਫੁਹਾਰਾ। ਲੱਲਾ ਪੈਰ ਬਿੰਦੀ ਲ, ਨਾਲਾ। ਅੱਗੇ ਹੈ ਗੁਰਮੁਖੀ ਲਿਪੀ। ਹਰੇਕ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ। ਪੰਜਾਬੀ ਭਾਸ਼ਾ ਦੀ ਵੀ ਆਪਣੀ ਇੱਕ ਲਿਪੀ ਹੈ। ਇਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਕੀ ਹੈ? ਗੁਰਮੁਖੀ ਲਿਪੀ। ਇਹ ਲਿਪੀ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਬਣੀ ਹੈ। ਕਿਸ ਦੇ ਮੇਲ ਤੋਂ ਬਣਦੀ ਹੈ ਗੁਰਮੁਖੀ ਲਿਪੀ? ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਤੋਂ। ਗੁਰਮੁਖੀ ਲਿਪੀ ਦੇ 35 + 6 = 41 ਭਾਵ 41 ਅੱਖਰਾਂ ਨੂੰ ਜਦੋਂ ਤਰਤੀਬ ਦੇ ਕੇ ਲਿਖਿਆ ਜਾਂਦਾ ਹੈ ਤਾਂ ਉਹ ਵਰਨਮਾਲਾ ਬਣ ਜਾਂਦੀ ਹੈ। ਵਰਨਮਾਲਾ ਭਾਵ ਵਰਨਾਂ ਨੂੰ ਇੱਕ ਤਰਤੀਬ ਦੇ ਵਿੱਚ ਜਦੋਂ ਪਿਰੋ ਦਿੱਤਾ ਜਾਂਦਾ ਹੈ ਤਾਂ ਉਸਨੂੰ ਵਰਨਮਾਲਾ ਭਾਵ ਵਰਨਾਂ ਦੀ ਮਾਲਾ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਵਰਨਮਾਲਾ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ, ਜੋ ਹੇਠ ਲਿਖੇ ਪ੍ਰਕਾਰ ਹੈ। ਅੱਗੇ ਹੈ ਵਰਨਮਾਲਾ। ਨੰਬਰ 1 ਮੁੱਖ ਵਰਗ। ਮੁੱਖ ਵਰਗ ਦੇ ਵਿੱਚ ਕਿਹੜੀ ਲਾਈਨ ਆਉਂਦੀ ਹੈ? ਊੜਾ, ਆੜਾ, ਈੜੀ, ਸੱਸਾ, ਹਾਹਾ। ਕਵਰਗ, ਕੱਕਾ ਵਰਗ। ਕੱਕਾ ਵਾਲੀ ਲਾਈਨ ਹੈ ਜੋ ਕਵਰਗ ਵਿੱਚ ਆਉਂਦੀ ਹੈ। ਅੱਗੇ ਚ ਵਰਗ, ਚੱਚਾ ਵਰਗ ਦੇ ਵਿੱਚ ਚੱਚਾ ਛੱਛਾ ਵਾਲੀ ਲਾਈਨ ਹੈ ਜੋ ਚਵਰਗ ਵਿੱਚ ਆਉਂਦੀ ਹੈ। ਨੰਬਰ 4 ਤ ਵਰਗ, ਮੀਨਸ ਟੈਂਕਾ ਵਰਗ। ਟੈਂਕਾ ਵਾਲੀ ਲਾਈਨ ਹੈ ਜੋ ਟੈਂਕਾ ਠੱਠਾ ਵਾਲੀ ਲਾਈਨ ਹੈ ਜੋ ਤਵਰਗ ਵਿੱਚ ਆਉਂਦੀ ਹੈ। ਅੱਗੇ ਹੈ ਤਵਰਗ, ਤੱਤਾ ਥੱਥਾ ਵਾਲੀ ਲਾਈਨ ਹੈ ਜੋ ਤਵਰਗ ਵਿੱਚ ਆਉਂਦੀ ਹੈ। ਨੈਕਸਟ ਪ ਵਰਗ। ਪਵਰਗ, ਪੱਪਾ ਫੱਫਾ ਵਾਲੀ ਲਾਈਨ ਹੈ ਜੋ ਪਵਰਗ ਵਿੱਚ ਆਉਂਦੀ ਹੈ। ਅੱਗੇ ਹੈ ਅੰਤਮ ਵਰਗ। ਯਈਆ, ਰਾਰਾ, ਲੱਲਾ, ਵਾਵਾ, ਡਾੜਾ। ਇਹਨਾਂ 5 ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ? ਅੰਤਮ ਵਰਗ। ਨੈਕਸਟ ਲਾਸਟ ਹੈ ਨਵੀਨ ਵਰਗ। ਜੋ ਅੱਖਰ ਪੈਰ ਬਿੰਦੀ ਲਾ ਕੇ ਬਣੇ ਉਹਨਾਂ ਨੂੰ ਨਵੀਨ ਵਰਗ ਕਿਹਾ ਜਾਂਦਾ ਹੈ। ਸੱਸਾ ਪੈਰ ਬਿੰਦੀ ਸ਼, ਖੱਖਾ ਪੈਰ ਬਿੰਦੀ, ਗੱਗਾ ਪੈਰ ਬਿੰਦੀ, ਜੱਜਾ ਪੈਰ ਬਿੰਦੀ, ਫੱਫਾ ਪੈਰ ਬਿੰਦੀ ਤੇ ਲੱਲਾ ਪੈਰ ਬਿੰਦੀ। ਇਹ 6 ਅੱਖਰ ਨੇ ਜਿਹੜੇ ਨਵੀਨ ਵਰਗ ਦੇ ਵਿੱਚ ਆਉਂਦੇ ਹਨ।
ਅੱਗੇ ਹੈ ਅੱਖਰ ਜਾਂ ਵਰਨ ਦੇ ਪ੍ਰਕਾਰ। ਅੱਖਰ ਦੋ ਪ੍ਰਕਾਰ ਦੇ ਹੁੰਦੇ ਹਨ। ਨੰਬਰ 1 ਸਵਰ ਤੇ ਨੰਬਰ 2 ਹੈ ਵਿਅੰਜਨ, ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਵੋਵਲ ਤੇ ਵਿਅੰਜਨ ਨੂੰ ਕੰਸੋਨੈਂਟ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਹੈ ਸਵਰ। ਸਵਰ ਕਿਹੜੇ ਅੱਖਰ ਹੁੰਦੇ ਹਨ? ਉਹ ਅੱਖਰ ਜਿਹੜੇ ਬਿਨਾਂ ਹੋਰ ਅੱਖਰਾਂ ਦੀ ਸਹਾਇਤਾ ਤੋਂ ਬੋਲੇ ਜਾਣ, ਉਹਨਾਂ ਨੂੰ ਸਵਰ ਅੱਖਰ ਕਿਹਾ ਜਾਂਦਾ ਹੈ। ਜਿਵੇਂ ਊੜਾ, ਆੜਾ, ਈੜੀ। ਇਹਨਾਂ ਤਿੰਨਾਂ ਅੱਖਰਾਂ ਨੂੰ ਬੋਲਣ ਲਈ ਹੋਰ ਕਿਸੇ ਵੀ ਅੱਖਰ ਦੀ ਸਹਾਇਤਾ ਨਹੀਂ ਲੈਣੀ ਪੈਂਦੀ, ਇਸ ਲਈ ਇਹ ਕੀ ਹਨ? ਸਵਰ। ਸਵਰ ਕੀ ਹੁੰਦੇ ਹਨ? ਉਹ ਅੱਖਰ ਜਿਨ੍ਹਾਂ ਨੂੰ ਬਿਨਾਂ ਕਿਸੇ ਹੋਰ ਅੱਖਰਾਂ ਦੀ ਸਹਾਇਤਾ ਤੋਂ ਬੋਲਿਆ ਜਾਂਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਵਰ ਅੱਖਰ। ਪੰਜਾਬੀ ਵਿੱਚ 3 ਸਵਰ ਹਨ, ਊੜਾ, ਆੜਾ, ਈੜੀ, ਤੇ ਬਾਕੀ ਦੇ ਜਿਹੜੇ ਅੱਖਰ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਅੰਜਨ। ਅੱਗੇ ਹੈ ਵਿਅੰਜਨ। ਵਿਅੰਜਨ ਕੀ ਹੁੰਦਾ ਹੈ? ਅਜਿਹੇ ਅੱਖਰ ਜਿਨ੍ਹਾਂ ਨੂੰ ਬੋਲਣ ਲਈ ਸਵਰ ਅੱਖਰਾਂ ਦੀ ਲੋੜ ਪੈਂਦੀ ਹੈ। ਜਿਹੜੇ ਵਿਅੰਜਨ ਹਨ ਉਹਨਾਂ ਨੂੰ ਜਦੋਂ ਬੋਲਾਂਗੇ ਤਾਂ ਇਹ ਸਵਰ ਊੜਾ, ਆੜਾ, ਈੜੀ ਤਿੰਨਾਂ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਵਿਅੰਜਨ ਨੇ ਜਿਹੜੇ ਉਹ ਨਹੀਂ ਬੋਲੇ ਜਾਂਦੇ। ਉਹਨਾਂ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ। ਕਿਹੜੇ ਅੱਖਰਾਂ ਨੂੰ? ਜਿਨ੍ਹਾਂ ਨੂੰ ਬੋਲਣ ਲਈ ਸਵਰਾਂ ਦੀ ਜ਼ਰੂਰਤ ਪੈਂਦੀ ਹੈ। ਪੰਜਾਬੀ ਭਾਸ਼ਾ ਵਿੱਚ ਸੱਸਾ ਤੋਂ ੜਾੜਾ ਤੱਕ ਸਾਰੇ ਵਿਅੰਜਨ ਅੱਖਰ ਹੀ ਹਨ। ਅੱਗੇ ਹੈ ਵਿਅੰਜਨ ਦੀਆਂ ਕਿਸਮਾਂ। ਵਿਅੰਜਨ ਨੇ ਜਿਹੜੇ ਉਹ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਅਨੁਨਾਸਿਕ ਜਾਂ ਨਾਸਕੀ ਅੱਖਰ ਜਿਹੜੇ ਨੱਕ ਵਿੱਚ ਬੋਲੇ ਜਾਂਦੇ ਹਨ, ਤੇ ਨੰਬਰ 2 ਹੈ ਦੁੱਤ ਅੱਖਰ ਜਿਹੜੇ ਪੈਰ ਦੇ ਹੇਠਾਂ ਪੈਂਦੇ ਹਨ, ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਆਓ ਅੱਗੇ ਇਹਨਾਂ ਨੂੰ ਵਿਸਥਾਰ ਨਾਲ ਜਾਣਦੇ ਹਾਂ ਕਿ ਅਨੁਨਾਸਕ ਅੱਖਰ ਕਿਹੜੇ ਹੁੰਦੇ ਹਨ ਤੇ ਦੁੱਤ ਅੱਖਰ ਕਿਹੜੇ ਹੁੰਦੇ ਹਨ। ਅਨੁਨਾਸਕ ਅੱਖਰ ਜਿਹੜੇ ਅੱਖਰਾਂ ਨੂੰ ਬੋਲਣ ਵੇਲੇ ਆਵਾਜ਼ ਮੂੰਹ ਦੇ ਨਾਲ-ਨਾਲ ਨੱਕ ਵਿੱਚੋਂ ਨਿਕਲੇ, ਉਹਨਾਂ ਨੂੰ ਅਨੁਨਾਸਕ ਜਾਂ ਨਾਸਕੀ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਇਹਨਾਂ ਦੀ ਗਿਣਤੀ 5 ਹੈ। ਕਿਹੜੇ-ਕਿਹੜੇ ਹਨ ਅਨੁਨਾਸਕ ਅੱਖਰ? ঞ, ঞ ਤੇ ਣਾਣਾ। ਅਨੁਨਾਸਕ ਅੱਖਰਾਂ ਤੋਂ ਕੋਈ ਸ਼ਬਦ ਨਹੀਂ ਬਣਦਾ, ਸਗੋਂ ਇਹ ਸ਼ਬਦਾਂ ਦੇ ਵਿੱਚ ਵਰਤੇ ਜਾਂਦੇ ਹਨ। ਜਿਵੇਂ ঞ, ঞ, ਣਾਣਾ, ਨੰਨਾ ਤੇ ਮੰਮਾ। ਇਹਨਾਂ 5 ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ? ਅਨੁਨਾਸਕ ਅੱਖਰ। ਅੱਗੇ ਹੈ ਦੁੱਤ ਅੱਖਰ। ਅਜਿਹੇ ਅੱਖਰ ਜਿਹੜੇ ਕਿ ਅੱਧੇ ਰੂਪ ਵਿੱਚ ਹੋਰਾਂ ਅੱਖਰਾਂ ਦੇ ਪੈਰਾਂ ਵਿੱਚ ਲੱਗ ਕੇ ਸੰਯੁਕਤ ਆਵਾਜ਼ ਪੈਦਾ ਕਰਦੇ ਹਨ, ਉਹਨਾਂ ਅੱਖਰਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਇਹਨਾਂ ਦੀ ਗਿਣਤੀ 3 ਹੈ। ਇਹਨਾਂ ਦੁੱਤ ਅੱਖਰਾਂ ਦੀ ਵਰਤੋਂ ਸੁਤੰਤਰ ਰੂਪ ਵਿੱਚ ਨਹੀਂ ਕੀਤੀ ਜਾਂਦੀ। ਇਹ ਹਮੇਸ਼ਾ ਦੂਸਰੇ ਵਿਅੰਜਨਾਂ ਦੇ ਨਾਲ ਹੀ ਵਰਤੇ ਜਾਂਦੇ ਹਨ। ਕਿਹੜੇ-ਕਿਹੜੇ ਹਨ? ਰਾਰਾ, ਹਾਹਾ ਤੇ ਵਾਵਾ। ਇਹ ਕੀ ਹਨ? ਤਿੰਨੋਂ ਨੇ ਜਿਹੜੇ ਇਹ ਦੁੱਤ ਅੱਖਰ ਹਨ। ਰਾਰਾ, ਹਾਹਾ ਤੇ ਵਾਵਾ ਤਿੰਨੋਂ ਦੁੱਤ ਅੱਖਰ ਹਨ। ਅੱਗੇ ਹਨ ਯਾਦ ਰੱਖਣ ਯੋਗ ਗੱਲਾਂ। ਨੰਬਰ 1 ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਚਿੰਨ੍ਹਾਂ ਨੂੰ ਅੱਖਰ ਕਿਹਾ ਜਾਂਦਾ ਹੈ। ਨੈਕਸਟ ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਂ ਗੁਰਮੁਖੀ ਹੈ। ਗੁਰਮੁਖੀ ਲਿਪੀ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਬਣੀ ਹੈ। ਗੁਰਮੁਖੀ ਲਿਪੀ ਦੇ 41 ਅੱਖਰਾਂ ਨੂੰ ਜਦ ਤਰਤੀਬ ਦੇ ਕੇ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ। ਅੱਖਰਾਂ ਦੀਆਂ 2 ਕਿਸਮਾਂ ਹੁੰਦੀਆਂ ਹਨ। ਨੰਬਰ 1 ਸਵਰ ਤੇ ਵਿਅੰਜਨ। ਨੈਕਸਟ ਪੰਜਾਬੀ ਭਾਸ਼ਾ ਵਿੱਚ 3 ਸਵਰ ਅੱਖਰ ਹਨ। ਕਿਹੜੇ-ਕਿਹੜੇ ਹਨ? ਊੜਾ, ਆੜਾ ਤੇ ਈੜੀ। ਨੈਕਸਟ ਵਿਅੰਜਨ ਅੱਖਰਾਂ ਦੀਆਂ 2 ਕਿਸਮਾਂ ਹੁੰਦੀਆਂ ਹਨ। ਨੰਬਰ 1 ਨਾਸਕੀ ਜਾਂ ਅਨੁਨਾਸਕੀ ਅੱਖਰ ਤੇ ਦੁੱਤ ਅੱਖਰ।